ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ 31 ਤਰੀਕ ਨੂੰ ਗੁਰੂ ਮਹਾਰਾਜ ਜੀ ਨੇ ਦੀਵਾਲੀ ਵਾਲੇ ਦਿਨ 52 ਰਾਜਿਆਂ ਨੂੰ ਛੁਡਾ ਕੇ ਲਿਆਂਦਾ ਸੀ। ਇਸ ਦਿਨ ਦੀਪਮਾਲਾ ਕਰੀ, ਦੀਵਾਲੀ ਮਨਾਈ। ਸਤਿਗੁਰੂ ਜੀ ਨੇ 52 ਰਾਜਿਆਂ ਨੂੰ ਸੁਤੰਤਰ ਕਰਾਉਣਾ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ। ਨਾਮ ਪਰਿਓ ਹੈ ਭਗਤ ਗੋਬਿੰਦ ਕਾ, ਇਹ ਰੱਖੋ बैग तुम्हारी। हर जियो निमाणिया तू मान, ना चीजियां चीज करे मेरा गोविंद, तेरी कुदरत को करवान। रहाओ जैसा बालक भये सुभाई, लख अपराध कमावै, कर उपदेश छिड़के वो भांति, बड़ पिता गल लावै। पिछले अवगण बख्श लै प्रभ, आगे मार्ग पावै। सोठ महला पंजवा। इसका परमार्थ हो वाहिगुरू बिगड़ी हुई हालत नूं सवारन वाला, कैदियां नूं कैदखाने विचों सुतंतर कराउण वाला ਅਤੇ ਦੁੱਖਾਂ ਨੂੰ ਨਸ਼ਟ ਕਰਨ ਵਾਲਾ, ਬਿਨਾਂ ਮੈਲ ਤੋਂ ਸਭ ਦਾ ਰਾਖਾ ਹੈ, ਕਰਤਾ ਹੈ। ਪਰ ਜੀਵ ਕਰਮ ਧਰਮ ਨੂੰ ਤਾਂ ਜਾਣਦਾ ਨਹੀਂ, ਮਾਇਆ ਦੇ ਲਾਲਚ ਵਿੱਚ ਵੀ ਜਗਤ ਨਾਲ ਠੱਗਿਆ ਫਿਰਦਾ ਹੈ, ਮਾਇਆ ਨਾਲ ਪ੍ਰੇਮ ਕਰਦਾ ਹੈ। ਐਸੇ ਲੋਭੀ ਪੁਰਖ ਨੂੰ ਗਿਆਨ ਨਹੀਂ ਕਿ ਉਸ ਨੇ ਕਰਤੇ ਨੂੰ ਯਾਦ ਕਰਨਾ ਹੈ। हे परमात्मा, आप निमाणिਆਂ ਦਾ ਮਾਣ ਰੱਖਣ ਵਾਲੇ ਹੋ। परमात्मा ਨਿਕਾਮਿਆਂ ਨੂੰ ਵੀ ਚੰਗੇ ਮੂਲ ਵਾਲੇ ਪੁਰਖ ਭਾਵ ਮਾੜਿਆਂ ਤੋਂ ਨੀਚਾਂ ਨੂੰ ਵੀ ਉੱਚੀ ਭਗਤੀ ਦੀ ਪਦਵੀ ਬਖਸ਼ਣ ਵਾਲੇ ਹੋ। ਇਸ ਵਾਸਤੇ परमात्मा ਦੀ ਲੀਲਾ ਦਾ ਭੇਦ ਨਹੀਂ ਆਉਂਦਾ। ਵਾਹਿਗੁਰੂ ਉਸ ਬਾਪ ਦੀ ਤਰ੍ਹਾਂ ਜੀਵਾਂ ਨਾਲ ਪਿਆਰ ਕਰਦਾ ਹੈ, ਜੋ ਬਾਪ ਪੁੱਤਰ ਨੂੰ ਝਿੜਕਦਾ, ਭੁੱਲ ਕਰਨ 'ਤੇ ਮਾਰਦਾ ਵੀ ਹੈ, ਅਤੇ ਫਿਰ ਪਿਆਰ ਨਾਲ ਗਲ ਲਾ ਕੇ ਆਸਰਾ ਵੀ ਦਿੰਦਾ ਹੈ। ਬੱਚਾ ਭਾਵੇਂ ਲੱਖਾਂ ਅਪਰਾਧ ਕਰੇ, ਬਾਪ ਉਹਦੇ ਨਾਲ ਪ੍ਰੇਮ ਕਰਦਾ ਹੈ, ਪਿਛਲੇ ਅਪਰਾਧ ਬਖਸ਼ ਦਿੰਦਾ ਹੈ ਅਤੇ ਅੱਗੇ ਨੇਕ ਬਣਨ ਤੁਰਨ ਵਾਸਤੇ ਸਿੱਖਿਆ ਦਿੰਦਾ ਹੈ। ऐसे परमात्मा ਨੂੰ कदी नहीं भुलना चाहिए, जो सदा चेते रखना चाहिए है। सतगुरु जी की सिक्ख्या अनुसार उपरोक्त शब्द का पाठ रोज़ वो राजे करते सन, जो ग्वालियर के किले विच बंद सन। उन्हां नूं आसरा नाम बन चुका सी। वो जदों आपो अपनी कोठड़ी विच इकट्ठे बैठते तां होर बाणी दे नाल इस शब्द का पाठ कई बार करते। ज्यों-ज्यों पाठ करते सन त्यों-त्यों अज्ञानता का नाश हुंदा सी। सवेरे शाम नूं सतगुरु जी दे दर्शन करते, दर्शन करके जीवन मरण दे बंधन कटदे। सतगुरु जी दे किले विच पहुंचण तो पहलां उन्हां नूं हज़ारां तंगियां सन। उन्हां दे हिरदे अशांत रहिंदे ते चिंता दी ज्वाला नाल सड़दे रहिंदे सन। पर सतगुरु जी दे सतसंगत नाल उन्हां दे होर सारे दुख दूर हो गए सी। सिर्फ एक दुख परिवार नालों विछड़न दा सी। उस दुख दे दूर होण दा भी समा नेड़े आ पुज्या सी। ਦੁਪਹਿਰ ਦਾ ਵੇਲਾ ਸੀ। ਸਤਿਗੁਰੂ ਜੀ ਆਸਣ ਉੱਤੇ ਬੈਠੇ ਹੋਏ ਸਨ। ਉਹਨਾਂ ਦੇ ਸੁੰਦਰ ਚਿਹਰੇ ਉੱਪਰ ਇਲਾਹੀ ਨੂਰ ਦੀਆਂ ਕਿਰਨਾਂ ਸਨ। ਨੈਣਾਂ ਵਿੱਚੋਂ ਸ਼ਕਤੀ ਸੀ।
ਜੋ ਸ਼ਕਤੀ ਦੁਖੀਆਂ ਦੇ ਦੁੱਖ ਕੱਟ ਸਕਦੀ ਸੀ। ਬੁੱਲ੍ਹਾਂ ਤੋਂ ਜੋ ਸ਼ਬਦ ਕਿਰਦਾ ਸੀ ਉਹ ਅੰਮ੍ਰਿਤ ਦੇ ਘੁੱਟ ਸਨ। ਉਸ ਅੰਮ੍ਰਿਤ ਦੇ ਘੁੱਟ ਨੂੰ ਜਗਿਆਸੂ ਬੈਠੇ ਹੀ ਪੀ ਰਹੇ ਸਨ। ਜਗਿਆਸੂ ਕੌਣ ਸਨ? ਰਾਜਪੂਤ ਜਿਨ੍ਹਾਂ ਨੂੰ ਮੁਗਲ ਸਮਰਾਟ ਨੇ ਕੈਦੀ ਬਣਾ ਕੇ ਰੱਖਿਆ ਹੋਇਆ ਸੀ, ਜੋ ਭਾਰਤ ਦੀ ਫੁੱਟ ਦਾ ਸ਼ਿਕਾਰ ਹੋਏ ਸਨ, ਜਿਨ੍ਹਾਂ ਨੂੰ ਹੰਕਾਰ ਸੀ ਕਦੀ ਕਿ ਉਹ ਰਾਜਪੂਤ ਹਨ, ਪਰ ਉਸ ਸਮੇਂ ਸਤਿਗੁਰ ਜੀ ਦੀ ਸ਼ਰਨ ਵਿੱਚ ਬੈਠੇ ਹੋਏ ਗੁਰਸਿੱਖ ਪ੍ਰਤੀਤ ਹੋ ਰਹੇ ਸਨ। ਬੰਦੀਖਾਨੇ ਦਾ ਦਰੋਗਾ ਵੀ ਬੈਠਾ ਸੀ। ਉਹ ਵੀ ਨਾਮ ਦੇ ਗੁਰਮਤਿ ਉਪਦੇਸ਼ ਸਰੂਪੀ ਅੰਮ੍ਰਿਤ ਪੀ ਰਿਹਾ ਸੀ। ਸਤਿਗੁਰ ਜੀ ਬੈਠਿਆਂ ਗੁਰਸਿੱਖਾਂ ਨੂੰ ਉਪਦੇਸ਼ ਕਰ ਰਹੇ ਸਨ। ਉਸ ਵੇਲੇ ਦਰੋਗੇ ਨੂੰ ਸੰਤਰੀ ਨੇ ਆ ਕੇ ਪਾਸੇ ਸੱਦਿਆ ਤੇ ਆਖਿਆ, ਇਹ ਸ਼ਾਹੀ ਫਰਮਾਨ ਆਇਆ ਹੈ, ਇਸ ਨੂੰ ਪੜ੍ਹ ਲਵੋ ਤੇ ਹੁਣੇ ਇਸ ਤੇ ਅਮਲ ਕਰੋ। ਇਹ ਕਹਿਣ ਤੇ ਫਰਮਾਨ ਲਿਆਉਣ ਵਾਲੇ ਦਾ ਇਹ ਆਖ ਕੇ ਸੰਤਰੀ ਨੇ ਇੱਕ ਕਾਗਜ਼ ਦਰੋਗੇ ਦੇ ਹੱਥ ਫੜਾਇਆ। ਉਹ ਫਰਮਾਨ ਨੂੰ ਪੜ੍ਹ ਕੇ ਦਰੋਗੇ ਨੂੰ ਖੁਸ਼ੀ ਵੀ ਹੋਈ ਤੇ ਉਦਾਸੀ ਵੀ। ਉਹ ਹਿਰਦੇ ਦੇ ਬਲਬਲੀਆਂ ਨੂੰ ਗੁਪਤ ਨਾ ਰੱਖ ਸਕਿਆ ਤੇ ਛੇਤੀ ਨਾਲ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਆ ਪੁੱਜਾ। ਦਾਤਾ, ਸਮਾਚਾਰ ਖੁਸ਼ੀ ਦਾ ਹੈ। ਬਾਦਸ਼ਾਹ ਨੇ ਆਪ ਦੀ ਆਜ਼ਾਦੀ ਦਾ ਫਰਮਾਨ ਭੇਜ ਦਿੱਤਾ ਹੈ। ਆਪ ਹੁਣੇ ਹੀ ਰਿਹਾ ਕਿੱਥੇ ਜਾ ਰਹੇ ਹੋ? ਬਾਹਰ ਪਾਲਕੀ ਆਈ ਹੈ। ਬਾਦਸ਼ਾਹ ਸਲਾਮਤ ਨੇ ਆਪ ਨੂੰ ਬੜੇ ਸਤਿਕਾਰ ਨਾਲ ਰਾਜ ਭਵਨ ਵਿੱਚ ਸੱਦਿਆ ਹੈ। ਬਾਦਸ਼ਾਹ ਸਲਾਮਤ ਬਿਮਾਰ ਹਨ। ਉਹ ਮੰਜੇ ਉੱਤੇ ਲੇਟੇ ਹੋਏ ਆਪ ਨੂੰ ਯਾਦ ਕਰ ਰਹੇ ਹਨ। ਉਹਨਾਂ ਦਾ ਫਰਮਾਨ ਹੈ ਕਿ ਆਪ ਸਿੱਧੇ ਆਗਰੇ ਪਹੁੰਚੋ। ਦਰਸ਼ਨ ਕਰਕੇ ਨਿਹਾਲ ਹੋਣਾ ਚਾਹੁੰਦਾ ਹਾਂ। ਪੀਰ ਮੀਆਂ ਮੀਰ ਜੀ ਵੀ ਆਏ ਹੋਏ ਹਨ। ਬਾਦਸ਼ਾਹ ਸਲਾਮਤ ਅੱਜ ਦਿੱਲੀ ਤੋਂ ਆਗਰੇ ਪੁੱਜ ਜਾਣਗੇ। ਦਰੋਗਾ ਖੁਸ਼ੀ ਦੇ ਲਹਿਜੇ ਵਿੱਚ ਛੇਤੀ ਬੋਲੀ ਗਿਆ। ਸਤਿਗੁਰੂ ਜੀ ਦੇ ਕੋਲ ਬੈਠਿਆਂ ਹੋਇਆਂ ਰਾਜਿਆਂ ਨੇ ਵੀ ਬਾਦਸ਼ਾਹੀ ਫਰਮਾਨ ਨੂੰ ਸੁਣਿਆ। ਉਹਨਾਂ ਦੇ ਦਿਲਾਂ ਤੇ ਦਿਮਾਗਾਂ ਦੀ ਹਾਲਤ ਵੀ ਨਿਰਾਲੀ ਹੋ ਗਈ। ਉਹ ਵੀ ਨਾ ਖੁਸ਼ ਸਨ ਤੇ ਨਾ ਸ਼ੌਕਵਾਨ। ਉਹ ਸੋਚਾਂ ਵਿੱਚ ਗੁੰਮ ਹੋ ਗਏ ਕਿ ਜੇ ਸਤਿਗੁਰੂ ਜੀ ਚਲੇ ਗਏ ਤਾਂ ਅਸਾਂ ਦੀ ਫਿਰ ਮਾੜੀ ਹਾਲਤ ਹੋ ਜਾਵੇਗੀ। ਕਿਸੇ ਨੇ ਹੌਸਲਾ ਨਹੀਂ ਦੇਣਾ, ਕਿਸੇ ਨੇ ਰੋਟੀ ਨਹੀਂ ਪੁੱਛਣੀ ਤੇ ਕਿਸੇ ਨੇ ਸੁਤੰਤਰਤਾ ਨਾਲ ਤੁਰਨ ਫਿਰ ਨਹੀਂ ਦੇਣਾ। ਇਹ ਵਿਚਾਰ ਕਰਕੇ ਇੱਕ ਦੋ ਸਿਆਣੇ ਰਾਜੇ ਕਾਹਲੀ ਨਾਲ ਉੱਠ ਕੇ ਅੱਗੇ ਹੋਏ ਤੇ ਸਤਿਗੁਰੂ ਜੀ ਦੇ ਚਰਨ ਫੜ ਕੇ ਇਸ ਤਰ੍ਹਾਂ ਅਰਦਾਸ ਬੇਨਤੀ ਕਰਨ ਲੱਗੇ। ਇਹ ਦਾਤਾ, ਦਇਆ ਦੇ ਸਾਗਰ ਬ੍ਰਹਮ ਪਰਮੇਸ਼ਰ ਰੂਪ ਸਤਿਗੁਰੂ ਜੀ, ਅਸਾਂ ਗਰੀਬਾਂ ਦੁਖੀਆਂ ਬੰਦੀਵਾਨਾਂ ਉੱਪਰ ਦਇਆ ਕਰੋ। ਅਸੀਂ ਬੰਦੀਖਾਨੇ ਵਿੱਚ ਹੀ ਸੜ ਕੇ ਮਰ ਜਾਵਾਂਗੇ। ਕਿਸੇ ਅਸਾਂ ਦੀ ਬਾਤ ਨਹੀਂ ਪੁੱਛਣੀ। ਅੱਗੇ ਵੀ ਪਰਿਵਾਰ ਨਾਲੋਂ ਵਿਛੜਿਆ ਹੋਇਆਂ ਕਈ ਸਾਲ ਹੋ ਗਏ ਹਨ। ਵਿਛੜਿਆਂ ਦੇ ਦੁੱਖ ਸੁੱਖ ਤਾਂ ਸਮਾਚਾਰ ਵੀ ਕੋਈ ਸੁਣ ਨਹੀਂ ਦਿੰਦਾ। ਕਈਆਂ ਦੇ ਲਾਡਲੇ ਪੁੱਤ ਮਰ ਚੁੱਕੇ ਹਨ। ਕਈਆਂ ਦੀਆਂ ਧੀਆਂ ਤੇ ਇਸਤਰੀਆਂ ਮਰਨ ਕਿਨਾਰੇ ਪਈਆਂ ਹਨ। ਇਹ ਦਾਤਾ, ਕੋਈ ਅਸਾਂ ਦੀ ਸੁਣਾਈ ਨਹੀਂ ਹੁੰਦੀ। ਅਸਾਂ ਨੂੰ ਨਾਲ ਲੈ ਚੱਲੋ। ਇਹ ਦਾਤਾ, ਅਸਾਂ ਨੂੰ ਛੱਡ ਕੇ ਨਾ ਜਾਵੋ। ਰਾਜਿਆਂ ਦੇ ਤਰਲੇ ਨੇ ਸਤਿਗੁਰੂ ਜੀ ਦੀ ਆਤਮਾ ਉੱਪਰ ਬਹੁਤ ਅਸਰ ਕੀਤਾ। ਸਾਹਿਬ ਸ਼ਾਂਤ ਚਿੱਤ ਬੈਠੇ ਰਹੇ। ਸਾਹਿਬਾਂ ਨੇ ਚੁੱਪ ਦੇਖ ਕੇ ਰਾਜਿਆਂ ਨੇ ਹੋਰ ਤਰਲਾ ਕਰਨਾ ਸ਼ੁਰੂ ਕੀਤਾ। ਉਹਨਾਂ ਵਿੱਚੋਂ ਕਈ ਵਡੇਰੀ ਉਮਰ ਦੇ ਸਨ। ਫਿਰ ਵੀ ਉਹ ਸਤਿਗੁਰੂ ਜੀ ਦੇ ਅੱਗੇ ਇਸ ਤਰ੍ਹਾਂ ਤਰਲੇ ਕਰਨ ਲੱਗੇ ਜਿਵੇਂ ਛੋਟੇ ਬਾਲ ਹੁੰਦੇ ਹਨ। ਰਾਜਿਆਂ ਦੇ ਦੁਖੀ ਰਾਜੇ ਨੇ ਸਤਿਗੁਰੂ ਜੀ ਦੇ ਚਰਨ ਫੜ ਕੇ ਆਖਿਆ, ਹੈ ਦੀਨ ਦਿਆਲ,
ਦੁਖ ਭੰਜਨ ਦੁਖ ਨਿਵਾਰਨ ਵਾਲੇ ਬੰਦੀ ਛੋੜ ਦਤਾਰ। ਅਸਾਂ ਨੂੰ ਸੁਤੰਤਰ ਕਰਾਓ। ਬਾਦਸ਼ਾਹ ਆਪ ਦਾ ਆਖਿਆ ਨਹੀਂ ਮੋੜੇਗਾ। ਮੇਰਾ ਪੁੱਤਰ ਮਰ ਗਿਆ, ਇਸਤਰੀ ਤੇ ਪੋਤਰੀ ਬਿਮਾਰ ਪਈ ਹੈ, ਰਿਆਸਤ ਸਾਰੀ ਉਜੜ ਗਈ ਹੈ, ਰਾਜ ਭਵਨ ਢਹਿ ਢੇਰੀ ਹੋ ਗਿਆ ਹੈ। 7 ਸਾਲ ਮੈਨੂੰ ਬੰਦੀਖਾਨੇ ਵਿੱਚ ਪਿਆ ਹੋ ਗਏ ਹਨ। ਮਿਹਰ ਕਰੋ, ਭਵਸਾਗਰ ਤੋਂ ਪਾਰ ਕਰਨ ਹਾਰ ਦਤਾਰ ਦਇਆ ਕਰੋ। ਸਤਿਗੁਰੂ ਜੀ ਨੇ ਨੇਤਰ ਖੋਲ੍ਹੇ, ਸਾਰੇ ਰਾਜਿਆਂ ਵੱਲ ਦਇਆ ਦ੍ਰਿਸ਼ਟੀ ਨਾਲ ਤੱਕਿਆ ਤੇ ਮੁਖ ਤੋਂ ਬਚਨ ਉਚਾਰਿਆ, ਜੋ ਕਰਤਾਰ ਪੁਰਖ ਦਾ ਹੁਕਮ ਹੈ ਉਸੇ ਤਰ੍ਹਾਂ ਹੋਵੇਗਾ। ਅਸੀਂ ਉਤਨਾ ਚਿਰ ਕਿਲੇ ਵਿੱਚ ਜਾਵਾਂਗੇ ਨਹੀਂ ਜਿੰਨਾ ਚਿਰ ਤੁਸਾਂ ਰਾਜਿਆਂ ਨੂੰ ਸੁਤੰਤਰਤਾ ਨਾ ਕਰ ਲਈਏ। ਇਸ ਵਚਨ ਨੇ ਰਾਜਿਆਂ ਦੇ ਚਿਹਰਿਆਂ ਦੇ ਰੰਗ ਬਦਲ ਦਿੱਤੇ। ਉਹ ਆਪੇ ਆਪਣੇ ਆਸਣਾਂ ਤੋਂ ਉੱਠ ਕੇ ਵਾਰੀ-ਵਾਰੀ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਣ ਲੱਗੇ। ਉਹਨਾਂ ਨੂੰ ਸਜੀਵਨੀ ਬੂਟੀ ਮਿਲ ਗਈ। ਉਹਨਾਂ ਨੇ ਸੁਤੰਤਰਤਾ ਦਾ ਨਵਾਂ ਜੀਵਨ ਸੀ। ਉਹ ਸਾਰੇ ਸਤਿਗੁਰੂ ਜੀ ਦੀ ਉਸਤਤ ਕਰਨ ਲੱਗੇ। ਸਤਿਗੁਰੂ ਜੀ ਨੇ ਦਰੋਗੇ ਨੂੰ ਆਖਿਆ, ਤੁਸੀਂ ਬਾਦਸ਼ਾਹ ਦਾ ਫਰਮਾਨ ਵਾਪਸ ਕਰੋ ਤੇ ਜੇ ਲੋੜ ਪਵੇ ਤਾਂ ਆਪ ਜਾ ਕੇ ਬਾਦਸ਼ਾਹ ਨੂੰ ਮਿਲ ਆਵੋ। ਬਾਦਸ਼ਾਹ ਨੂੰ ਅਸਾਂ ਵੱਲੋਂ ਆਖੋ ਕਿ ਅਸੀਂ ਉਤਨਾ ਚਿਰ ਕਿਲੇ ਵਿੱਚ ਨਹੀਂ ਨਿਕਲਾਂਗੇ ਜਿੰਨਾ ਚਿਰ ਬਾਕੀ ਦੇ ਪ੍ਰਾਣੀ ਰਾਜੇ ਸੁਤੰਤਰ ਨਾ ਕੀਤੇ ਜਾਣ। ਇਹ ਆਸਾਂ ਦਾ ਫੈਸਲਾ ਅੰਤਮ ਫੈਸਲਾ ਹੈ। ਦਰੋਗਾ ਹਰੀਦਾਸ ਨੇ ਸਤਿਗੁਰੂ ਜੀ ਦੇ ਚਰਨ ਉੱਪਰ ਮੱਥਾ ਟੇਕਿਆ ਤੇ ਆਖਿਆ, ਦਾਤਾ ਇਸੇ ਤਰ੍ਹਾਂ ਹੀ ਕੀਤਾ ਜਾਵੇਗਾ। ਮੈਂ ਆਪ ਆਗਰੇ ਜਾਂਦਾ ਹਾਂ ਤੇ ਬਾਦਸ਼ਾਹ ਨੂੰ ਮਿਲ ਕੇ ਆਪਦੇ ਮਨੋਭਾਵਨਾ ਨੂੰ ਪ੍ਰਗਟ ਕਰ ਦੇਵਾਂਗਾ। ਅਗਲੇ ਦਿਨ ਸਵੇਰੇ ਹੀ ਘੋੜੇ ਉੱਤੇ ਸਵਾਰ ਹੋ ਕੇ ਦਰੋਗਾ ਹਰੀਦਾਸ ਗਵਾਲੀਅਰ ਕਿਲੇ ਤੋਂ ਨਿਕਲ ਕੇ ਆਗਰੇ ਨੂੰ ਤੁਰ ਗਿਆ। ਉਹ ਸਾਰੇ ਦਿਨ ਵਿੱਚ ਆਗਰੇ ਪਹੁੰਚਿਆ। ਅੱਗੇ ਬਾਦਸ਼ਾਹ ਜਹਾਂਗੀਰ ਦਿੱਲੀ ਤੋਂ ਆ ਚੁੱਕੇ ਸਨ। ਦਰੋਗਾ ਬਾਦਸ਼ਾਹ ਕੋਲ ਪਹੁੰਚਾ ਤੇ ਸਤਿਗੁਰੂ ਜੀ ਦਾ ਹੁਕਮਨਾਮਾ ਸੁਣਾ ਦਿੱਤਾ। ਸਾਰਾ ਹਾਲ ਸੁਣ ਕੇ ਬਾਦਸ਼ਾਹ ਨੇ ਆਖਿਆ, ਰਾਜਿਆਂ ਨੂੰ ਆਜ਼ਾਦ ਕਰੋ, ਪਰ ਜੋ ਕੋਈ ਸਤਿਗੁਰੂ ਜੀ ਦੇ ਚੋਲੇ ਦੀ ਕੰਨੀ ਫੜ ਕੇ ਬਾਹਰ ਆ ਸਕੇ। ਜੇ ਸਾਰੇ ਕੰਨੀਆਂ ਫੜ ਲੈਣ ਤਾਂ ਸਾਰੇ ਹੀ ਸਹੀ। ਸਤਿਗੁਰੂ ਜੀ ਦੇ ਨਰਾਦਰ ਨਾ ਹੋਵੇ, ਉਹਨਾਂ ਦੀ ਪ੍ਰਸੰਨ ਕਰਨਾ। ਮੇਰਾ ਦੁੱਖ ਘਟ ਰਿਹਾ ਹੈ, ਮੈਂ ਰੋਗ ਹੋ ਰਿਹਾ ਹਾਂ। ਮੀਆਂ ਮੀਰ ਜੀ ਠੀਕ ਆਖਦੇ ਹਨ, ਮੈਂ ਸੱਚ ਬੋਲਦਾ ਹਾਂ, ਮੇਰੇ ਕੋਲੋਂ ਭੁੱਲ ਹੋਈ ਹੈ। ਮੈਂ ਖੁਦਾ ਦੇ ਬੰਦੇ ਦਾ ਨਰਾਦਰ ਕੀਤਾ ਹੈ। ਬਾਦਸ਼ਾਹ ਨੇ ਇਹਨਾਂ ਸ਼ਬਦਾਂ ਨਾਲ ਦਰੋਗੇ ਹਰੀਦਾਸ ਨੂੰ ਉੱਤਰ ਦਿੱਤਾ ਤੇ ਛੇਤੀ ਨਾਲ ਗਵਾਲੀਅਰ ਪੁੱਜਣ ਵਾਸਤੇ ਆਖਿਆ। ਦਰੋਗਾ ਹਰੀਦਾਸ ਮੁੜ ਕੇ ਗਵਾਲੀਅਰ ਆ ਗਿਆ। ਉਸਨੇ ਸਾਰਾ ਹਾਲ ਰਾਜਿਆਂ ਤੇ ਸਤਿਗੁਰੂ ਜੀ ਨੂੰ ਸੁਣਾ ਦਿੱਤਾ। ਸਤਿਗੁਰੂ ਜੀ ਦਇਆ ਦੇ ਸਾਗਰ ਸਨ। ਉਹਨਾਂ ਨੇ ਉਸੇ ਵੇਲੇ ਹੁਕਮ ਕੀਤਾ ਕਿ ਇਹ ਚੋਲਾ ਸਵਾਇਆ ਜਾਵੇ, ਜਿਸ ਦੀਆਂ 52 ਕਲੀਆਂ ਹੋਣ, ਤਾਂ ਕਿ ਇੱਕ-ਇੱਕ ਕਲੀ ਨੂੰ ਫੜ ਕੇ ਰਾਜੇ ਬਾਹਰ ਹੋ ਸਕਣ। ਦਰੋਗਾ ਹਰੀਦਾਸ ਸਤਿਗੁਰੂ ਜੀ ਦਾ ਸ਼ਰਧਾਲੂ ਸੀ। ਉਸਨੇ ਦਰਜੀ ਕੋਲੋਂ ਐਸਾ ਚੋਲਾ ਸਵਾ ਕੇ ਲਿਆ ਦਿੱਤਾ। ਸਤਿਗੁਰੂ ਜੀ ਨੇ ਉਸ ਚੋਲੇ ਨੂੰ ਗਲ ਪਾਇਆ। ਚੋਲਾ ਗਲ ਪਾ ਕੇ ਸਾਰੇ ਰਾਜਿਆਂ ਨੂੰ ਕੋਲ ਸੱਦ ਲਿਆ। ਉਹਨਾਂ ਨੂੰ ਕਿਹਾ, ਹਰ ਇੱਕ ਰਾਜਾ ਮੇਰੇ ਚੋਲੇ ਦੀ ਇੱਕ ਕਲੀ ਫੜ ਲਵੋ। ਰਾਜਿਆਂ ਨੇ ਉਸੇ ਤਰ੍ਹਾਂ ਕੀਤਾ। ਜਦੋਂ ਸਾਰੇ ਰਾਜਿਆਂ ਨੇ ਕਲੀਆਂ ਫੜ ਲਈਆਂ ਤਾਂ ਸਤਿਗੁਰੂ ਜੀ ਹੌਲੀ-ਹੌਲੀ ਕਿਲੇ ਵਿੱਚੋਂ ਬਾਹਰ ਨਿਕਲੇ। ਸਾਰੇ ਰਾਜੇ ਬਾਹਰ ਆ ਗਏ। ਦਰੋਗੇ ਨੇ ਕਿਲੇ ਦੇ ਬੂਹੇ ਬੰਦ ਕਰ ਦਿੱਤੇ ਤੇ ਮੁੜ ਸਤਿਗੁਰੂ ਜੀ ਦੇ ਚਰਨ ਉੱਪਰ ਮੱਥਾ ਟੇਕ ਕੇ ਖਿਮਾ ਮੰਗੀ ਤੇ ਭਵ ਸਾਗਰ ਤੋਂ ਪਾਰ ਕਰਨ ਵਾਸਤੇ ਅਰਦਾਸ ਕੀਤੀ। ਸਤਿਗੁਰੂ ਜੀ ਨੇ ਉਸੀ ਦੀ ਅਰਦਾਸ ਪ੍ਰਵਾਨ ਕਰਕੇ ਉਹਦੀ ਸੇਵਾ ਦਾ ਫਲ ਉਸ ਨੂੰ ਦੇ ਦਿੱਤਾ ਕਿ ਉਸ ਦੇ ਜਨਮ ਮਰਨ ਦੀ 84 ਦਾ ਸੰਗਲ ਕੱਟ ਦਿੱਤਾ। ਕਿਲੇ ਦੇ ਬੂਹੇ ਅੱਗੇ ਤੇ ਕਿਲੇ ਦੀਆਂ ਖਾਈਆਂ ਤੇ ਕੰਧਾਂ ਦੇ ਬਾਹਰ ਸਤਿਗੁਰੂ ਜੀ ਦੇ ਸੱਚੇ ਪ੍ਰੇਮੀ ਸ਼ਰਧਾਲੂ ਸਿੱਖ ਚਿੱਤੇ ਪੈ ਰਹਿੰਦੇ ਸਨ। ਉਹਨਾਂ ਨੇ ਜਦ ਦੇਖਿਆ ਕਿ ਸਤਿਗੁਰੂ ਜੀ ਬਾਹਰ ਆ ਗਏ ਹਨ
ਤਾਂ ਉਸ ਥੱਕੇ ਸਤਿਗੁਰੂ ਜੀ ਦੀ ਜੂਰੀ ਵਿੱਚ ਆ ਕੇ ਇਕੱਤਰ ਹੋਏ। ਸਤਿਗੁਰੂ ਜੀ ਦੇ ਚਰਨ ਕਮਲਾਂ ਦੀ ਧੂੜੀ ਲਈ ਤੇ ਮੱਥੇ ਤੇ ਨੈਣਾ ਉੱਪਰ ਲਾਈ। ਹਰ ਪਾਸੇ ਧੰਨ ਸਤਿਗੁਰੂ ਜੀ, ਧੰਨ ਸਤਿਗੁਰੂ ਜੀ ਦੀ ਧੁਨ ਖੁਦਾਈ ਦਿਖਾਈ ਦੇਣ ਲੱਗੀ। ਸਿੱਖਾਂ ਸੰਗਤਾਂ ਨੇ ਖੁਸ਼ੀਆਂ ਦੇ ਮੰਗਲ ਗਾਏ। ਸਤਿਗੁਰੂ ਜੀ ਨੇ ਸਾਰਿਆਂ ਦੇ ਵਿਰਾਗ ਤੇ ਪ੍ਰੇਮ ਦਾ ਸਤਿਕਾਰ ਕੀਤਾ। ਕਈ ਰੂਹਾਂ ਪ੍ਰੇਮ ਵਿੱਚ ਦੀਵਾਨੀਆਂ ਹੋ ਕੇ ਇਉਂ ਗਾਉਣ ਲੱਗੀਆਂ। ਪੀਰ ਸੱਚਾ ਮਿਲ ਆਏ ਸੱਚ ਕਮਾਵੈ, ਸੱਚ ਸ਼ਬਦ ਧਨ ਰਾਤੀ, ਕਦੇ ਨਾਰਾਇਣ ਸਦਾ ਸੁਹਾਗਣ, ਅੰਤਰ ਸਹਿਜ ਸਮਾਧੀ। ਪੀਰ ਰਿਹਾ ਭਰਪੂਰੇ ਵੇਖ ਹਜੂਰੇ, ਰੰਗ ਮਾਣੇ ਸਹਿਜ ਸਵਾਏ। ਜਿਨੀ ਆਪਣਾ ਕੰਤ ਪਛਾਣਿਆ, ਹਾਂ ਤਿੰਨ ਪੁੱਛੋ ਸੰਤਾਂ ਜਾਏ। ਇਸ ਦਿਨ ਮਹਾਰਾਜ ਜੀ ਨੇ 52 ਰਾਜਿਆਂ ਨੂੰ ਛਡਾ ਕੇ ਲਿਆਂਦਾ, ਬੰਦ ਖਲਾਸੀ ਕਰੀ ਤੇ ਅੰਮ੍ਰਿਤਸਰ ਸਾਹਿਬ ਜੀ ਆ ਕੇ ਦੀਪਮਾਲਾ ਕਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।